हाँ जी स्टूडेंट्स, लास्ट टाइम तुसी BF3 ਮੋਲੀਕਿਊਲ ਦੀ ਸ਼ੇਪ ਡਿਸਕਸ ਕੀਤੀ ਸੀ ਤੇ ਅੱਜ ਨੈਕਸਟ ਆਪਾਂ ਡਿਸਕਸ ਕਰਾਂਗੇ ਸ਼ੇਪ ਆਫ CH4 ਮੋਲੀਕਿਊਲ। CH4 ਮੀਨਸ ਮੀਥੇਨ ਮੋਲੀਕਿਊਲ ਹੈ, ਇਹਦੀ ਸ਼ੇਪ ਆਪਾਂ ਡਿਸਕਸ ਕਰਾਂਗੇ। ਇਹਦੇ ਚ ਸੈਂਟਰਲ ਐਟਮ ਹੈ ਕਾਰਬਨ, ਜਿਹੜਾ ਇਕੱਲਾ ਐਲੀਮੈਂਟ ਹੈ ਉਹਨੂੰ ਸੈਂਟਰਲ ਐਟਮ ਕਹਿ ਦਿੰਦੇ ਆ। ਸੋ ਇਹ ਸੈਂਟਰਲ ਐਟਮ ਕਾਰਬਨ ਹੈ। ਸੋ ਇਹਦਾ ਅਟੋਮਿਕ ਨੰਬਰ ਪਤਾ ਹੋਣਾ ਚਾਹੀਦਾ, ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਤੇ ਉਸ ਤੇ ਬੇਸਡ ਫਿਰ ਇਹਦੀ ਸ਼ੇਪ ਜੋ ਹੈ ਡਿਸਕਸ ਕੀਤੀ ਜਾ ਸਕਦੀ ਹੈ। ਸੋ ਲਿਖਿਆ ਹੋਇਆ ਇਨ ਦਿਸ ਮੋਲੀਕਿਊਲ ਦ ਸੈਂਟਰਲ ਐਟਮ ਕਾਰਬਨ ਹੈਜ਼ ਅਟੋਮਿਕ ਨੰਬਰ 6। ਕਾਰਬਨ ਦਾ ਅਟੋਮਿਕ ਨੰਬਰ 6 ਹੁੰਦਾ ਹੈ ਐਂਡ ਇਟਸ ਇਲੈਕਟ੍ਰੋਨਿਕ ਕਨਫੀਗਰੇਸ਼ਨ ਇਜ਼, ਇਸ ਤਰ੍ਹਾਂ ਲਿਖਦੇ ਹਾਂ C6, ਇਸ ਤਰ੍ਹਾਂ 1s2 2s2 2p2। ਸੋ ਆਊਟਰ ਮੋਸਟ ਸ਼ੈਲ ਹੋ ਗਿਆ 2 ਵਾਲਾ, मतलब हायर प्रिंसीपल क्वांटम नंबर 2 है। 2s भी 2 इलैक्ट्रॉन है, 2p भी 2 इलैक्ट्रॉन है। ਇਹਦਾ मतलब टोटल हो गए ये आउटर मोस्ट शैल 4 इलैक्ट्रॉन। इट हैज़ 4 इलैक्ट्रॉन्स इन इट्स वेलेंस शैल। वेलेंस मतलब आउटर मोस्ट शैल। एंड दीज 4 इलैक्ट्रॉन्स आर शेयर्ड बाय 4 कार्बन एटम्स एज। ਤੇ ਕਹਿੰਦੇ ਫਿਰ ਇਹ 4 ਜਿਹੜੇ ਇਲੈਕਟ੍ਰॉन्स ਨੇ 4 ਕਾਰਬਨ ਐਟਮਸ ਇਸ ਤਰ੍ਹਾਂ ਸ਼ੇਅਰ ਕਰਦੇ ਆ। सॉरी 4 कार्बन नहीं 4 हाइड्रोजन आना इत्थे बाय 4 हाइड्रोजन एटम्स। हाइड्रोजन कर लियो, कार्बन है आ 4 जो डॉट ने 1 2 3 ते ये 4, ये 4 ये आउटर मोस्ट शैल के इलैक्ट्रॉन है, लुइस डॉट सिंबल्स जिन्होंने कह दें आप। तो एक हाइड्रोजन एक आउटर मोस्ट शैल का इलैक्ट्रॉन, क्योंकि हाइड्रोजन को एक ही होंगे। दूजा हाइड्रोजन दूजा इलैक्ट्रॉन ਇਹਦਾ, ਇਹ ਹਾਈਡਰੋਜਨ ਇਹਦੇ ਕੋਲ ਇਲੈਕਟ੍ਰॉन, ਇਹ ਹਾਈਡਰੋਜਨ ਇਹਦੇ ਕੋਲ ਇਲੈਕਟ੍ਰॉन। ਸੋ ਇਹ ਲੂਇਸ ਡਾਟ ਸਟਰਕਚਰ ਹੋ ਗਈ ਇਹਦੀ, ਇਹ ਮੀਥੇਨ ਦੀ। ਹੁਣ ਅੱਗੇ ਇਹਦੇ ਵਿੱਚ ਦੇਖਦੇ ਹਾਂ ਕਿ ਕਾਰਬਨ ਦੇ ਸਰਾਊਂਡਡ 4 ਇਲੈਕਟ੍ਰॉन ਪੇਅਰ ਹੈ। ਲਿਖਿਆ ਹੋਇਆ ਇਨ ਦਿਸ ਸਟਰਕਚਰ ਦ ਸੈਂਟਰਲ ਐਟਮ ਕਾਰਬਨ ਇਜ਼ ਸਰਾਊਂਡਡ ਬਾय 4 ਬੌਂਡ ਪੇਅਰਸ। 4 ਬੌਂਡ ਪੇਅਰ ਹੈ ਕਾਰਬਨ ਐਟਮ ਦੇ ਸਰਾਊਂਡਡ। these 4 electron pairs try to remain as far apart as possible। ਇਹ ਜਿਹੜੇ ਚਾਰੋਂ ਦੇ ਚਾਰੋਂ ਇਲੈਕਟ੍ਰੋਨ ਪੇਅਰ ਹੈ ਕਹਿੰਦੇ ਆਪਸ 'ਚ ਇੱਕ ਦੂਜੇ ਤੋਂ ਇੰਨਾ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਆ ਕਿ ਜਿੰਨਾ ਪੋਸੀਬਲ ਹੋ ਸਕੇ। ਹੁਣ ਜੇ ਤਾਂ ਲੂਇਸ ਡਾਟ ਸਟਰਕਚਰ ਦੇ ਅਕੋਰਡਿੰਗ ਹੀ ਸਟਰਕਚਰ ਇਹਦੀ ਦੇਖਣੀ ਹੋਵੇ ਤਾਂ ਤੁਸੀਂ ਦੇਖੋ 90 ਡਿਗਰੀ ਦਾ ਐਂਗਲ ਬਣਦਾ ਇਹਦੇ 'ਚ, ਬਟ 90 ਡਿਗਰੀ 'ਤੇ ਤਾਂ ਰਿਪਲਸ਼ਨ ਮੈਕਸਿਮਮ ਹੁੰਦੀ ਹੈ। ਸੋ ਉਹ ਰਿਪਲਸ਼ਨ ਫਿਰ ਮਿਨੀਮਾਈਜ਼ ਕਰਨ ਦੇ ਲਈ ਕੀ ਹੋ ਜਾਂਦਾ ਹੈ ਕਿ ਆਹ ਜਿਹੜੇ 3 ਬੌਂਡ ਨੇ ਇਹ ਇਸ ਤਰ੍ਹਾਂ ਆਪਸ ਦੇ ਵਿੱਚ ਐ ਫੈਲ ਕੇ ਹੌਲੀ ਨੀਚੇ ਆ ਜਾਂਦੇ। ਇੱਕ ਇੱਧਰ ਆ ਗਿਆ, ਦੂਜਾ ਇੱਥੇ ਆ ਗਿਆ, ਤੀਜਾ ਇੱਧਰ ਚਲੇ ਗਿਆ, ਤੇ ਆ ਜਿਹੜਾ ਚੌਥਾ ਇਲੈਕਟ੍ਰੋਨ ਪੇਅਰ ਹੈ ਇਹ ਹੌਲੀ ਹੌਲੀ ਉੱਪਰ ਆ ਜਾਂਦਾ ਹੈ। ਇਸ ਤਰ੍ਹਾਂ ਪਿਰਾਮਿਡ ਬਣਾ ਲੈਂਦਾ ਉੱਪਰ, ਜਿਵੇਂ ਇਸ ਤਰ੍ਹਾਂ ਮੈਂ ਲਗਾਤਾ। ਤੇ ਇਹ ਜਿਹੜੀ ਸਟਰਕਚਰ ਫਿਰ ਇਹ ਬਣਦੀ ਹੈ 3 ਇਲੈਕਟ੍ਰੋਨ ਪੇਅਰ ਇਸ ਤਰ੍ਹਾਂ ਨੀਚੇ ਤੇ ਇੱਕ ਅਪਵਰਡ ਪਿਰਾਮਿਡ। ਇਹਨੂੰ ਟੈਟਰਾਹੈਡਰਲ ਸਟਰਕਚਰ ਦਾ ਨਾਮ ਦਿੰਦੇ ਆ, ਅੱਗੇ ਬਣੀ ਵੀ ਹੋਈ ਹੈ ਮੈਂ ਦੱਸਦਾ ਤੁਹਾਨੂੰ। ਇਨ ਦਿਸ ਸਟਰਕਚਰ the central atom carbon is surrounded by 4 bond pairs. These 4 electron pairs try to remain as far apart as possible. Then they adopt tetrahedral geometry। ਕਹਿੰਦੇ ਇੱਕ ਦੂਜੇ ਤੋਂ ਇੰਨਾ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਜਿੰਨਾ ਪੋਸੀਬਲ ਹੋ ਸਕੇ, ਫਿਰ ਉਸ ਸਮੇਂ ਉਹ ਟੈਟਰਾਹੈਡਰਲ ਜਿਓਮੈਟਰੀ ਅਡਾਪਟ ਕਰ ਲੈਂਦੇ ਆ। ਐਂਡ ਆਲ ਦਾ ਹਾਈਡਰੋਜਨ ਕਾਰਬਨ ਹਾਈਡਰੋਜਨ ਬੌਂਡ ਐਂਗਲਸ ਆਰ ਆਫ 109.5 ਡਿਗਰੀ। ਤੇ ਕਹਿੰਦੇ ਫਿਰ ਜਿੰਨੇ ਵੀ ਆਹ ਹਾਈਡਰੋਜਨ ਕਾਰਬਨ ਹਾਈਡਰੋਜਨ ਜਾਂ ਹਾਈਡਰੋਜਨ ਕਾਰਬਨ ਹਾਈਡਰੋਜਨ ਜਾਂ ਤੀਜਾ ਹਾਈਡਰੋਜਨ ਕਾਰਬਨ ਹਾਈਡਰੋਜਨ, ਇਹ ਤਿੰਨੋਂ ਹੀ ਬੌਂਡ ਐਂਗਲਸ ਜਿਹੜੇ ਆ ਇਹ 109.5 ਡਿਗਰੀ ਦੇ ਹੁੰਦੇ ਆ। ਦੇਖੋ ਇੱਥੇ 2 ਡਾਇਮੈਂਸ਼ਨਲੀ ਇਹ ਸਟਰਕਚਰ ਬਣਾਈ ਹੋਈ ਹੈ ਪੇਜ ਦੇ ਉੱਤੇ ਕਿ ਇੱਕ ਆ ਸੈਂਟਰਲ ਐਟਮ ਕਾਰਬਨ, ਇੱਕ ਇਸ ਤਰ੍ਹਾਂ ਹਾਈਡਰੋਜਨ ਹੋ ਗਿਆ, ਦੂਜਾ ਇਹ, ਤੀਜਾ ਜੋ ਹੈ ਇਸ ਤਰ੍ਹਾਂ ਬਣਾਇਆ ਹੋਇਆ, ਮਤਲਬ ਇਹ ਬੈਕਵਰਡ। ਮੈਂ ਇੱਥੇ ਤੁਹਾਨੂੰ ਬਣਾ ਕੇ ਦੱਸ ਦਿੰਦਾ ਇਸ ਤਰ੍ਹਾਂ, ਮਤਲਬ ਨੀਚੇ ਜੋ ਹੈ ਇਹ ਆ ਇਸ ਤਰ੍ਹਾਂ, ਮਤਲਬ ਬਰਾਬਰ ਐਂਗਲ ਦੇ ਉੱਤੇ ਇਸ ਤਰ੍ਹਾਂ ਇੱਕ ਟ੍ਰਾਈਗਨਲ ਸ਼ੇਪ ਜੋ ਹੈ ਬਣੀ ਹੋਈ ਹੈ ਕਿ ਇੱਥੇ ਮੰਨ ਲਓ ਤੁਸੀਂ ਇੱਥੇ ਮੈਂ ਇੱਥੇ ਲਗਾ ਕੇ ਦੱਸ ਦਿੰਦਾ ਕਿ ਜੋ ਆ ਏਰੀਆ ਹੈ ਮੇਰੀ ਫਿੰਗਰ ਦਾ ਆ ਉੱਪਰ ਵਾਲਾ, ਸੋ ਇਹ ਸੈਂਟਰ ਦੇ ਵਿੱਚ ਮਤਲਬ ਇੱਥੇ ਕਾਰਬਨ ਹੋ ਗਿਆ। ਸੋ ਇੱਕ ਆ ਹਾਈਡਰੋਜਨ, ਦੂਜਾ ਹਾਈਡਰੋਜਨ ਤੇ ਤੀਜਾ ਹਾਈਡਰੋਜਨ, ਤਿੰਨ ਇਸ ਤਰ੍ਹਾਂ ਨੀਚੇ, ਤੇ ਚੌਥਾ ਜੋ ਹੈ ਜਿਵੇਂ ਦੱਸਿਆ ਮੈਂ ਕਿ ਆਹ ਫਿੰਗਰ ਦਾ ਜੋ ਆ ਏਰੀਆ ਸਾਡੇ ਕੋਲ ਕਿ ਇਹ ਕਾਰਬਨ ਹੈ, ਤਾਂ ਇੱਥੇ ਫਿਰ ਇਹ ਇਸ ਤਰ੍ਹਾਂ ਪਿਰਾਮਿਡ ਲੱਗਿਆ ਹੋਇਆ ਅਪਵਰਡ। ਜੋ ਆ ਸਾਈਡ ਨੂੰ ਉੱਪਰ ਬਣਾਇਆ ਹੋਇਆ ਇਹ ਅਪਵਰਡ ਹੈ, ਤੇ ਇੱਕ ਇਸ ਤਰ੍ਹਾਂ, ਦੂਜਾ ਇਸ ਤਰ੍ਹਾਂ, ਤੇ ਤੀਜਾ ਬੈਕਵਰਡ, ਮਤਲਬ ਉਸੇ ਤਰ੍ਹਾਂ ਹੀ। ਸੋ ਇਹ ਤੁਸੀਂ ਨੈੱਟ 'ਚ ਵੀ ਦੇਖ ਸਕਦੇ ਆ ਕਿ ਜੋ ਟੈਟਰਾਹੈਡਰਲ ਸ਼ੇਪ ਹੈ ਕਿਹਨੂੰ ਕਹਿ ਦਿੰਦੇ ਆਪਾਂ। ਸੋ ਇਸ ਤਰ੍ਹਾਂ ਦੀ ਇਹ ਟੈਟਰਾਹੈਡਰਲ ਸਟਰਕਚਰ ਜੋ ਹੈ ਇਹ ਮੀਥੇਨ ਮੋਲੀਕਿਊਲ ਦੀ ਬਣਦੀ ਹੈ। ਅਦਰ ਐਗਜ਼ਾਮਪਲਸ ਆਫ ਟੈਟਰਾਹੈਡਰਲ ਮੋਲੀਕਿਊਲਸ ਆਰ SiF4 ਸਿਲੀਕਨ ਟੈਟਰਾਫਲੋਰਾਈਡ, ਕਾਰਬਨ ਟੈਟਰਾਕਲੋਰਾਈਡ,
ਸਿਲੀਕਨ ਟੈਟਰਾਹਾਈਡਰਾਈਡ ਐਟਸੈਟਰਾ। ਸੋ ਇਹਨਾਂ ਮੋਲੀਕਿਊਲਸ ਦੀਆਂ ਸ਼ੇਪਸ ਵੀ ਟੈਟਰਾਹੈਡਰਲ ਹੀ ਹੁੰਦੀਆਂ ਨੇ। ਨੈਕਸਟ ਅੱਗੇ ਇਸ ਤੋਂ ਬਾਅਦ ਸ਼ੇਪ ਆਫ PCl5 ਮੋਲੀਕਿਊਲ, ਫਾਸਫੋਰਸ ਪੈਂਟਾਕਲੋਰਾਈਡ। ਇਹਦੇ 'ਚ ਸੈਂਟਰਲ ਐਟਮ ਫਾਸਫੋਰਸ ਹੈ, ਅਟੋਮਿਕ ਨੰਬਰ 15 ਹੁੰਦਾ ਹੈ, ਤੇ ਇਹਦੀ ਆਊਟਰ ਇਲੈਕਟ੍ਰੋਨਿਕ ਕਨਫੀਗਰੇਸ਼ਨ ਵੀ ਜੇ ਤੁਸੀਂ ਬਣਾ ਕੇ ਦੇਖੋ ਤਾਂ ਇਹ ਬਣਦੀ ਹੈ 3s2 3p3, ਮਤਲਬ ਟੋਟਲੀ ਤੇ ਆਊਟਰ ਮੋਸਟ ਸ਼ੈੱਲ 'ਚ 5 ਇਲੈਕਟ੍ਰੋਨ ਹੁੰਦੇ ਆ। ਸੋ ਲਿਖਿਆ ਹੋਇਆ ਇਨ ਦਿਸ ਮੋਲੀਕਿਊਲ the central atom phosphorus has atomic number 15 and its outer electronic configuration is this। ਇੱਥੇ ਸਿਰਫ ਆਊਟਰ ਲਿਖੀ ਹੋਈ ਹੈ, ਬਾਹਰਲੀ ਫਾਸਫੋਰਸ 15 ਇਸ ਤਰ੍ਹਾਂ 3s2 3p3, ਮਤਲਬ ਆਊਟਰ ਮੋਸਟ ਸ਼ੈੱਲ 'ਚ 5 ਇਲੈਕਟ੍ਰੋਨ। it has 5 electrons in its outermost shell and these are shared by 5 chlorine atoms as। ਸੋ ਲੂਇਸ ਡਾਟ ਸਟਰਕਚਰ ਹੈ, ਇਸ ਤਰ੍ਹਾਂ ਬਣਾ ਲਈ, ਬਰਾਬਰ ਬਰਾਬਰ ਐਂਗਲ ਦੇ ਉੱਤੇ ਇਸ ਤਰ੍ਹਾਂ ਬਣਾ ਲਏ ਆਪਾਂ। ਫਾਸਫੋਰਸ ਸੈਂਟਰ 'ਚ ਆ 5 ਜਿਹੜੇ ਇਲੈਕਟ੍ਰੋਨ ਦਿਖ ਰਹੇ ਆ, 5 ਡਾਟ ਇਹ ਫਾਸਫੋਰਸ ਦੇ ਹੈ, ਤੇ ਨਾਲ 5 ਕਲੋਰੀਨ ਲਗਾਤੇ, ਉਹਨਾਂ ਨੇ ਆਪਣਾ ਇੱਕ ਇੱਕ ਇਲੈਕਟ੍ਰੋਨ ਇਹਦੇ ਨਾਲ ਸ਼ੇਅਰ ਕਰ ਲਿਆ। ਹੁਣ ਇਹ ਪੜ੍ਹਿਆ ਸੀ ਤੁਸੀਂ ਕਿ ਸਫੈਰੀਕਲ ਸ਼ੇਪ ਹੁੰਦੀ ਹੈ, ਸਫੈਰੀਕਲ ਸ਼ੇਪ ਅਡਾਪਟ ਕਰਦੇ ਆ ਮੋਲੀਕਿਊਲ, ਉਹਦੇ ਅਕੋਰਡਿੰਗ ਪੂਰਾ ਜੋ ਹੈ 360 ਡਿਗਰੀ ਦਾ ਐਂਗਲ ਹੁੰਦਾ ਘੇਰਾ ਜੋ ਪੂਰਾ। ਸੋ ਉਹਦੇ 'ਚ 5 ਬੌਂਡ ਆਪਾਂ ਜਿਹੜੇ ਆ ਜੇਕਰ ਡਿਵਾਈਡ ਕਰਨੇ ਹੋਣ ਬਰਾਬਰ ਬਰਾਬਰ ਐਂਗਲ ਦੇ ਉੱਤੇ ਤਾਂ 72 ਡਿਗਰੀ ਦਾ ਐਂਗਲ ਬਣਦਾ। ਪਰ ਤੁਸੀਂ ਤਾਂ ਇਹ ਚੀਜ਼ ਪੜ੍ਹੀ ਹੈ ਕਿ 90 ਡਿਗਰੀ ਦੇ ਉੱਤੇ ਰਿਪਲਸ਼ਨ ਮੈਕਸਿਮਮ ਹੁੰਦੀ ਹੈ, ਫਿਰ ਇਟ ਮੀਨਸ ਆਹ 72 ਡਿਗਰੀ ਦਾ ਐਂਗਲ ਤਾਂ ਪੋਸੀਬਲ ਨਹੀਂ ਹੋ ਸਕਦਾ। ਸੋ ਇੱਥੇ ਵੀ ਉਹੀ ਕੰਡੀਸ਼ਨ ਹੁੰਦੀ ਹੈ ਕਿ ਜਿਹੜੇ ਫਿਰ ਬੌਂਡ ਪੇਅਰਸ ਨੇ ਇੱਕ ਦੂਜੇ ਤੋਂ ਇੰਨਾ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਆ ਜਿੰਨਾ ਪੋਸੀਬਲ ਹੋ ਸਕੇ। ਫਿਰ ਕੀ ਕਰਦੇ ਆ ਇਹ, ਜਿਵੇਂ ਤੁਹਾਨੂੰ ਦੱਸਿਆ ਸੀ ਕਿ ਸੈਂਟਰ 'ਚ ਕਾਰਬਨ ਹੈ, ਇਸ ਤਰ੍ਹਾਂ ਇਹ 3 ਪਹਿਲਾਂ ਇੱਕ ਟਰਾਇਗਨਲ ਸ਼ੇਪ ਜਿਹੜੀ ਇਸ ਤਰ੍ਹਾਂ ਨੀਚੇ ਬਣਾ ਲੈਂਦਾ, ਉੱਪਰ ਇੱਕ ਪਿਰਾਮਿਡ ਹਾਈਡਰੋਜਨ ਦਾ ਖੜਾ ਹੋ ਜਾਂਦਾ ਹੈ, ਖੰਭਾ ਜਿਹਨੂੰ ਕਹਿੰਦੇ ਨੇ ਪਿਰਾਮਿਡ ਨੂੰ। ਇੱਥੇ ਕੀ ਹੁੰਦਾ ਹੈ ਕਿ ਫਾਸਫੋਰਸ ਦੇ ਸਰਾਊਂਡਡ ਇੱਕ ਟਰਾਇਗਨਲ ਸ਼ੇਪ ਬਣ ਜਾਂਦੀ ਹੈ। ਟਰਾਇਗਨਲ ਮਤਲਬ ਸੈਂਟਰ 'ਚ ਫਾਸਫੋਰਸ, ਇੱਕ ਕਲੋਰੀਨ, ਦੂਜਾ ਕਲੋਰੀਨ, ਤੀਜਾ ਕਲੋਰੀਨ, 120 ਡਿਗਰੀ ਐਂਗਲ ਦੇ ਉੱਤੇ 3 ਆ ਜਾਂਦੇ ਆ। ਤੇ ਫਿਰ ਇੱਕ ਕਲੋਰੀਨ ਦਾ ਪਿਰਾਮਿਡ ਅਪਵਰਡ ਇਸ ਤਰ੍ਹਾਂ, ਤੇ ਇੱਕ ਕਲੋਰੀਨ ਦਾ ਪਿਰਾਮਿਡ ਇਸ ਤਰ੍ਹਾਂ ਡਾਊਨਵਰਡ, ਮਤਲਬ ਸੈਂਟਰ ਤੋਂ ਇਸ ਤਰ੍ਹਾਂ ਨੀਚੇ ਨੂੰ। ਤੇ ਫਿਰ ਉਹ ਜਿਹੜੀ ਸ਼ੇਪ ਬਣਦੀ ਹੈ ਉਹਨੂੰ ਟਰਾਇਗਨਲ ਬਾਈ ਪਿਰਾਮਿਡਲ, ਟਰਾਇਗਨਲ ਮਤਲਬ ਇੱਕ ਟਰਾਇੰਗੂਲਰ ਬਣਦੀ ਹੈ ਸ਼ੇਪ, ਬਾਈ ਪਿਰਾਮਿਡ, ਬਾਈ ਦਾ ਮਤਲਬ 2, ਕਿ ਇੱਕ ਅਪਵਰਡ ਪਿਰਾਮਿਡ ਬਣਦਾ ਹੈ ਉੱਪਰ ਨੂੰ ਖੰਭਾ ਤੇ ਇੱਕ ਨੀਚੇ ਖੰਭਾ, ਬਾਈ ਮਤਲਬ 2 ਪਿਰਾਮਿਡ ਹੋ ਗਏ ਡਬਲ। ਸੋ ਇਸ ਤਰ੍ਹਾਂ ਲਿਖਿਆ ਹੋਇਆ ਅੱਗੇ ਇਹਦੇ ਬਾਰੇ ਵੀ, since there are 5 electron pairs around the central phosphorus atom therefore it has trigonal bipyramidal geometry। ਕਿਉਂਕਿ ਕਹਿੰਦੇ ਫਾਸਫੋਰਸ ਦੇ ਸਰਾਊਂਡਡ 5 ਇਲੈਕਟ੍ਰੋਨ ਪੇਅਰ ਹੈ, ਇਸ ਕਰਕੇ ਇਹਦੀ ਟਰਾਇਗਨਲ ਬਾਈਪਿਰਾਮਿਡਲ ਜਿਓਮੈਟਰੀ ਹੁੰਦੀ ਹੈ। ਇਨ ਦਿਸ ਜਿਓਮੈਟਰੀ ਆਲ ਦਾ 5 ਬੌਂਡ ਐਂਗਲਸ ਆਰ ਨਾਟ ਇਕੁਅਲ, ਤੁਹਾਨੂੰ ਦੱਸਿਆ ਕਿ ਬਰਾਬਰ ਨਹੀਂ ਹੈ। the 3 bond angles which are in the same plane are at an angle of 120 degree। ਦੱਸਿਆ ਤੁਹਾਨੂੰ ਇਸ ਤਰ੍ਹਾਂ ਵੈਸੇ ਸ਼ੇਪ ਹੁੰਦੀ ਆ, ਆਹ ਗਲਤ ਬਣੀ ਹੋਈ ਹੈ, ਇਹ ਨਹੀਂ ਤੁਸੀਂ ਬਣਾਣੀ, ਇਸ ਤਰ੍ਹਾਂ ਦੱਸ ਦੇਣਾ ਮੈਂ ਤੁਹਾਨੂੰ ਕਿ ਆਹ ਫਾਸਫੋਰਸ ਇਸ ਤਰ੍ਹਾਂ ਇੱਕ ਕਲੋਰੀਨ, ਇਸ ਤਰ੍ਹਾਂ ਦੂਜਾ ਕਲੋਰੀਨ, ਤੇ ਇਸ ਤਰ੍ਹਾਂ ਤੀਜਾ ਕਲੋਰੀਨ, ਇਸ ਤਰ੍ਹਾਂ ਇੱਕ ਟਰਾਇਗਨਲ ਸ਼ੇਪ, 120 ਡਿਗਰੀ ਦਾ ਐਂਗਲ ਹੋ ਗਿਆ ਇਹਨਾਂ 'ਚ ਆਪਸ 'ਚ 3 ਕਲੋਰੀਨ ਦਾ। ਤੇ ਇੱਕ ਤੁਹਾਨੂੰ ਦੱਸਿਆ ਅਪਵਰਡ ਪਿਰਾਮਿਡ, ਅਪਵਰਡ ਪਿਰਾਮਿਡ ਹੁਣ 2 ਡਾਇਮੈਂਸ਼ਨਲੀ ਬਣਾਉਣਾ ਤਾਂ ਆਪਾਂ ਇੱਥੇ ਇਸ ਤਰ੍ਹਾਂ ਬਣਾ ਦੇਵਾਂਗੇ, ਇੱਕ ਅਪਵਰਡ ਕਲੋਰੀਨ, ਇੱਕ ਡਾਊਨਵਰਡ ਪਿਰਾਮਿਡ। ਹੁਣ ਡਾਊਨਵਰਡ ਜਿਹੜਾ ਹੈ ਉਹਨੂੰ ਫਿਰ ਇੱਥੇ ਨੂੰ ਬਣਾ ਦੇਵਾਂਗੇ ਆਪਾਂ ਇਸ ਤਰ੍ਹਾਂ, ਮਤਲਬ ਹੁਣ 2 ਡਾਇਮੈਂਸ਼ਨਲੀ ਸ਼ੋ ਕਰਨਾ ਤਾਂ ਇਸੇ ਤਰ੍ਹਾਂ ਬਣਾਵਾਂਗੇ ਇਹਦੇ 'ਚ। ਸੋ ਇਸ ਤਰ੍ਹਾਂ ਦੀ ਜਿਹੜੀ ਹੈ PCl5 ਮੋਲੀਕਿਊਲ ਦੀ ਸ਼ੇਪ ਹੁੰਦੀ ਹੈ। ਹੁਣ ਜਿਹੜਾ ਅਪਵਰਡ ਪਿਰਾਮਿਡ ਬਣਿਆ ਦੇਖੋ, ਆਹ ਪਲੇਨ ਹੈ, ਪਲੇਨ ਤੋਂ ਅਪਵਰਡ ਪਿਰਾਮਿਡ, ਤਾਂ ਇਸ ਪਲੇਨ ਦੇ ਨਾਲ ਅਪਵਰਡ ਪਿਰਾਮਿਡ ਦਾ ਐਂਗਲ ਤੁਸੀਂ ਦੇਖ ਲਓ ਹੁਣ 90 ਡਿਗਰੀ, ਡਾਊਨਵਰਡ ਦਾ ਵੀ ਤੁਸੀਂ ਦੇਖ ਲਓ ਉਹ ਵੀ 90 ਡਿਗਰੀ। ਸੋ ਇਹਦਾ ਮਤਲਬ ਆ ਦੱਸਿਆ ਹੋਇਆ ਕਿ ਬਟ ਦਾ ਅਦਰ 2 ਇਲੈਕਟ੍ਰੋਨ ਪੇਅਰਸ ਆਰ ਪਰਪੈਂਡੀਕੂਲਰ ਟੂ ਦਾ ਪਲੇਨ ਬਾਈ ਮੇਕਿੰਗ ਐਨ ਐਂਗਲ ਆਫ 90 ਡਿਗਰੀ, ਮਤਲਬ ਅਪਵਰਡ ਵਾਲਾ ਵੀ 90 ਡਿਗਰੀ, ਡਾਊਨਵਰਡ ਵਾਲਾ ਵੀ 90 ਡਿਗਰੀ ਤੇ। ਸੋ ਇਟ ਮੀਨਸ 2 ਬੌਂਡ ਐਂਗਲ 90 ਡਿਗਰੀ ਦੇ ਤੇ 3 ਬੌਂਡ ਐਂਗਲ 120 ਡਿਗਰੀ ਤੇ ਹੁੰਦੇ ਆ। ਸੋ ਇਹ ਹੈ ਸਾਡੇ ਕੋਲ ਸ਼ੇਪ ਆਫ PCl5 ਮੋਲੀਕਿਊਲ। ਮੈਂ ਤੁਹਾਨੂੰ ਦੱਸਿਆ ਤੁਸੀਂ ਰਹਿਣ ਦਿਓ ਬਣਾਉਣ ਨੂੰ, ਆ ਇਸ ਤਰ੍ਹਾਂ ਬਣਾ ਲੈਣੀ ਹੈ ਤੁਸੀਂ, ਕਿਉਂਕਿ ਇਹਦੇ 'ਚ ਆ ਵੀ ਨਾਲ ਡੋਟਡ ਮਿਲਾ ਦਿੱਤੇ ਹੋਏ ਆ, ਜਦਕਿ ਇਸ ਤਰ੍ਹਾਂ ਮਿਲਦੇ ਨਹੀਂ ਹੈਗੇ। ਇਹ ਸਿਰਫ ਆ ਤਿੰਨਾਂ ਦੀ ਜਿਹੜੀ ਸ਼ੇਪ ਹੈ ਉਹ ਆਪਸ 'ਚ ਮਿਲਦੀ ਹੁੰਦੀ। PCl3 ਦੀ ਇਸ ਤਰ੍ਹਾਂ ਮਿਲਦੀ ਹੈ, ਅਪਵਰਡ ਤੇ ਡਾਊਨਵਰਡ ਵਾਲੇ ਦੀ ਇਸ ਤਰ੍ਹਾਂ ਆਪਸ 'ਚ ਡਾਟ ਦੇ ਨਾਲ ਇਸ ਤਰ੍ਹਾਂ ਮਿਲਦੀ ਨਹੀਂ ਹੈਗੀ, ਇਸ ਕਰਕੇ ਇਹ ਗਲਤ ਹੈ ਬਣਾਈ ਹੋਈ, ਤੁਸੀਂ ਆਹ ਬਣਾ ਲੈਣੀ ਹੈ। ਸੋ ਅੱਜ ਦੇ ਲਈ ਤੁਹਾਡਾ ਇੰਨਾ ਹੀ ਟੌਪਿਕ ਸਹੀ ਇਹ। ਨੈਕਸਟ ਟੌਪਿਕ ਆਪਾਂ ਤੁਹਾਡਾ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ।